ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਸਰੋਤੇ ਇਸ ਵਕਤ ਤੁਹਾਨੂੰ ਜਿਹੜੇ ਨੇ ਉਹ ਸ਼ਾਇਦ ਪਹਿਲੀ ਵਾਰੀ ਸੁਣ ਰਹੇ ਹੋਣਗੇ, ਕਿਉਂਕਿ ਸਾਰੇ ਸਕੈਜੂਲ ਜਿਹੜੇ ਸਮਾਂ ਆਪਣਾ ਡਿਫਰੈਂਟ ਹੈ। 4 ਘੰਟੇ ਦਾ ਰਾਤ ਨੂੰ ਹੁੰਦਾ, ਸਵੇਰੇ 2 ਘੰਟੇ ਹੁੰਦਾ, ਉਹਦੇ ਵਿੱਚ ਡਿਫਰੈਂਟ ਹੁੰਦਾ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਉਮੀਦ ਰੱਖਦੇ ਹਾਂ ਕਿ ਉਹਨਾਂ ਨੂੰ ਗੱਲਬਾਤ ਅਕੀਦਾ ਜੀ ਦੀ ਥਾਂ ਤੇ ਅੱਜ ਤੁਸੀਂ ਹੋ ਤਾਂ ਚੰਗੀ ਲੱਗੇਗੀ। ਮੈਨੂੰ ਜੀ ਬੜਾ ਭੰਬਲਪੁਰ ਸਾਹਿਬ, ਵੱਖ-ਵੱਖ ਅਖਬਾਰਾਂ ਤੁਸੀਂ ਵੀ ਫਰੋਲਦੇ ਹੋ, ਅਸੀਂ ਵੀ ਫਰੋਲਦੇ ਹਾਂ, ਆਪਾਂ ਲੱਭਦੇ ਹਾਂ ਖਬਰ ਬੋਦੀ ਤਹਿ ਤੱਕ ਜਾਈਏ। ਯੂਕਰੇਨ ਦੇ ਵਿੱਚ ਕੋਈ ਖਬਰਾਂ ਕਹਿ ਰਹੀਆਂ ਨੇ ਕਿ ਨਹੀਂ ਜੀ ਉੱਥੇ ਨਹੀਂ ਕੋਈ ਵੀ ਭਾਰਤੀ ਨਹੀਂ ਹੈਗਾ, ਪਰ ਕਈ ਪਾਸੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਭਾਰਤੀ ਬੰਦੀ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਰਿਹਾ। ਚਲੋ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਕੀ ਹੈ ਕਿ ਕੁਝ ਦਿਨ ਪਹਿਲਾਂ ਰਸ਼ੀਆ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਸੀ, ਔਰ ਇਹ ਕੋਈ ਮੀਡੀਆ ਰਿਪੋਰਟ ਨਹੀਂ ਸੀਗੀ ਜਾਂ ਮੇਰੇ ਵਰਗੇ ਦੀ ਮਾਰੀ ਕੋਈ ਬਿਠਾ ਵੀ ਨਹੀਂ ਸੀਗੀ। ਉਹਦੇ ਚ ਉਹਨਾਂ ਨੇ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਸੀਗੀ ਕਿ ਯੂਕਰੇਨੀਅਨ ਜੋ ਆਰਮੀ ਹੈ ਉਹ ਵਿਦੇਸ਼ੀ ਨਾਗਰਿਕਾਂ ਨੂੰ, ਹਾਲਾਂਕਿ ਸਟੂਡੈਂਟ ਸ਼ਬਦ ਮੇਰੇ ਖਿਆਲ ਦੇ ਨਾਲ ਸਪੈਸੀਫਿਕਲੀ ਉਹਨਾਂ ਨੇ ਯੂਜ਼ ਨਹੀਂ ਸੀ ਕੀਤਾ, ਕਿ ਵਿਦੇਸ਼ੀਆਂ ਨੂੰ, ਭਾਵ ਸਟੂਡੈਂਟ ਹੀ ਹੋ ਗਏ ਉਹਦੇ ਚ, ਕਿ ਵਿਦੇਸ਼ੀਆਂ ਨੂੰ ਸ਼ੀਲਡ ਦੇ ਤੌਰ ਤੇ ਇਸਤੇਮਾਲ ਕਰ ਰਹੇ ਨੇ। ਹਾਲਾਂਕਿ ਯੂਕਰੇਨ ਨੇ ਇਹਦੇ ਤੋਂ ਇਨਕਾਰ ਕੀਤਾ ਕਿ ਜੇ ਅਸੀਂ ਇਹਨਾਂ ਨੂੰ ਕੱਢਦੇ ਹਾਂ ਤੇ ਇਹ ਗੋਲੀਆਂ ਮਾਰਦੇ ਨੇ ਤੇ ਫਿਰ ਨਾ ਪਤਾ ਲੱਗੇਗਾ। ਅੱਛਾ, ਮਤਲਬ ਭਾਰਤ ਸਰਕਾਰ ਨੇ ਆਫੀਸ਼ੀਅਲੀ ਕਿਹਾ ਕਿ ਨਹੀਂ ਐਸਾ ਕੁਛ ਨਹੀਂ ਹੈ। ਚਲੋ, ਪਰ ਅੱਜ ਜੇ ਤੁਸੀਂ ਦੇਖੋਗੇ ਇੱਕ ਬਹੁਤ ਵੱਡੇ ਅਖਬਾਰ ਨੇ ਇਹ ਜਿਹੜੀ ਖਬਰ ਛਾਪੀ ਆ ਉਹ ਧਿਆਨ ਮੰਗਦੀ ਹੈ। ਧਿਆਨ ਕਿਸ ਤਰ੍ਹਾਂ ਮੰਗਦੀ ਆ ਕਿ ਉੱਥੇ ਦਾਅਵਾ ਕੀਤਾ ਗਿਆ ਕਿ ਬੰਬਾਰੀ ਦੇ ਵਿੱਚ ਯੂਕਰੇਨ ਨੇ 1300 ਭਾਰਤੀਆਂ ਨੂੰ ਢਾਲ ਬਣਾ ਰੱਖਿਆ। ਹੁਣ ਕੌਣ ਕਹਿ ਰਿਹਾ ਹੈ? ਅੱਛਾ, ਅਖਬਾਰ ਇਹ ਕਹਿ ਰਿਹਾ ਹੈ ਕਿ ਖਾਰਕੀਵ ਦੇ ਨੇੜੇ ਜਿਹੜਾ ਪਿੰਡ ਹੈ ਜਿਹਦਾ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ, ਪੈਸੋਚਿਨ ਸ਼ਾਇਦ ਇਸਦਾ ਨਾਮ ਸੀਗਾ, ਜਿੱਥੇ 1000 ਜਿਹੜਾ ਉਹਦੀ ਪੁਸ਼ਟੀ ਹੋ ਗਈ ਬਿਲਕੁਲ ਕਿ ਉੱਥੇ ਜਮਾ ਬਣਾ ਲੱਗਿਆ। ਉਹਦਾ ਆਪਾਂ ਭੂਗੋਲਿਕ ਤੌਰ ਤੇ ਦੇਖਿਆ ਸੀ ਮਾੜਾ ਜਿਹਾ ਨਕਸ਼ਾ ਖੋਲ ਕੇ, ਤੇ ਨੇੜੇ ਉਹ ਇੱਕ ਪਿੰਡ ਹੈ, ਮਤਲਬ ਕਿ ਕਸਬਾ ਟਾਈਪ ਲਾ ਲਓ, ਜਿਹਦਾ ਕਸਬਾ ਟਾਈਪ ਹੋ ਗਿਆ, ਤਾਂ ਉਹਦੇ ਚ ਇਹ ਸਾਰਾ ਜਮਾਵੜਾ। ਤਾਂ ਉੱਥੇ ਜਿਹੜੇ ਮੌਜੂਦ ਨੇ, ਜ਼ਿਆਦਾਤਰ ਲੜਕੀਆਂ ਨੇ ਸਟੂਡੈਂਟਾਂ ਦੇ ਵਿੱਚ, ਉੱਥੇ ਜਿਹੜੇ ਮੌਜੂਦ ਨੇ ਉਹਨਾਂ ਨੇ ਇੱਕ ਅਖਬਾਰ ਨੂੰ ਉੱਥੇ ਬਕਾਇਦਾ, ਮਤਲਬ ਕਿ ਜੋ ਹਾਲਾਤ ਨੇ ਉਹ ਬਿਆਨ ਇਹ ਦੱਸਿਆ ਵਾ ਕਿ ਸਾਨੂੰ ਇੱਕ ਸਕੂਲ ਦੇ ਨਜ਼ਦੀਕ ਯੂਕਰੇਨੀ ਫੌਜ ਜਿਹੜੀ ਕਿ ਮਤਲਬ ਕੁਝ ਕੈਂਪ ਦੀ ਦੇਖ ਰੇਖ ਕਰ ਰਹੀ ਹੈ, ਉਹ ਨਿਕਲ ਨਹੀਂ ਰਹੇ। ਜਿਹੜੇ ਉੱਥੇ ਦੇ ਫੌਜੀ ਆ ਜਾਂ ਵਲੰਟੀਅਰਸ ਲੱਗੇ ਹੋਏ ਆ, ਉਹ ਸਾਨੂੰ ਨਿਕਲ ਨਹੀਂ ਦੇ ਰਹੇ। ਮਤਲਬ ਕਿ ਸਕੂਲ ਚ ਜਿਹੜਾ ਲਾਗੇ ਕੈਂਪ ਹੈ ਉੱਥੇ ਬਿਠਾ ਰੱਖਿਆ ਵਾ ਕਿ ਮਤਲਬ ਕਿ ਜਿਹੜੇ ਉਹ ਨਾਗਰਿਕ ਹੈ ਕਿ ਉਸ ਟਿਕਾਣੇ ਤੇ ਰੂਸ ਵਾਲੇ ਜਿਹੜੇ ਆ ਕੋਈ ਅਟੈਕ ਨਾ ਕਰਨਾ। ਤਾਂ ਇਹ ਜਿਹੜੀ ਗੱਲ ਹੁਣ ਦੇਖ ਲਓ ਕਿ ਭਾਰਤ ਸਰਕਾਰ ਨੇ ਬਿਆਨ ਦੇ ਦਿੱਤਾ ਉਦੋਂ ਕਿ ਨਹੀਂ ਐਸੀ ਕੋਈ ਗੱਲ ਨਹੀਂ ਹੈ। ਰਸ਼ੀਆ ਨੇ ਬਿਆਨ ਦਿੱਤਾ ਕਿ ਭਾਈ ਉਹ ਤੁਹਾਡੇ ਬੰਦਿਆਂ ਨੂੰ ਸ਼ੀਲਡ ਦੇ ਤੌਰ ਤੇ, ਜਿਹੜਾ ਕਿ ਵਾਰ ਕ੍ਰਾਈਮ ਹੈ, ਜਿਹਦਾ ਕਿ ਬਿਲਕੁਲ ਸਿੱਧਾ ਸਾਦਾ ਵਾਰ ਕ੍ਰਾਈਮ ਹੈ, ਕਿਉਂਕਿ ਯੁੱਧ ਦੇ ਵੀ ਨਿਯਮ ਹੈ ਨਾ। ਜਿਵੇਂ ਕਨਵੈਨਸ਼ਨ ਜਦੋਂ ਆਪਾਂ ਦੇਖਦੇ ਹਾਂ 4 ਕਨਵੈਨਸ਼ਨਾਂ ਹੁੰਦੀਆਂ ਨੇ, ਔਰ ਹੈਨਰੀ ਸਾਹਿਬ ਜਿਹੜੇ ਸੀਗੇ ਉਹ ਰੈੱਡ ਕਰਾਸ ਦਾ ਗਠਨ ਕਰਦੇ ਆ, ਉੱਥੋਂ ਚੱਲਦਾ। ਫਿਰ ਅਮਰੀਕਨ ਸਿਵਲ ਵਾਰ ਦੇ ਵੇਲੇ ਵੀ ਲਿੰਕਨ ਸਾਹਿਬ ਨੇ ਇੱਕ ਐਸੀ ਵਿਵਸਥਾ ਕੀਤੀ ਸੀਗੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਜੁਰਮ ਹੈ, ਬਹੁਤ ਵੱਡਾ ਜੁਰਮ ਹੈ। ਚਾਹੇ ਰਸ਼ੀਆ ਸਕੂਲ ਤੇ ਜਾਂ ਕਾਲਜਾਂ ਤੇ ਹਮਲਾ ਕਰਦਾ ਹੈ, ਉਹ ਵੀ ਕ੍ਰਾਈਮ ਹੈ। ਤੇ ਜੇ ਮੰਨ ਲਓ ਕੋਈ ਉੱਥੋਂ ਦੀ ਲੋਕਲ ਫੋਰਸ ਜਾਂ ਆਰਮੀ ਇਸ ਤਰ੍ਹਾਂ ਸ਼ੀਲਡ ਦੇ ਤੌਰ ਤੇ ਕਿਸੇ ਮਨੁੱਖ ਨੂੰ ਇਸਤੇਮਾਲ ਕਰਦੀ ਹੈ ਤਾਂ ਉਹ ਵੀ ਜੰਗੀ ਅਪਰਾਧ ਹੈ, ਉਹ ਵੀ ਇੱਕ ਗੁਨਾਹ ਹੈ। ਸੋ ਇਸ ਕਰਕੇ ਇਹ ਜਿਹੜੀ ਭਾਰਤ ਸਰਕਾਰ ਦੀ ਸਟੇਟਮੈਂਟ ਹੈ ਉਹਦੇ ਤੋਂ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਦਈਏ ਕਿ ਕੰਟਰਾਡਿਕਟ ਸਾਰੀ ਰਿਪੋਰਟਿੰਗ ਹੋ ਰਹੀ ਆ ਕਿ 1300 ਭਾਰਤੀਆਂ ਨੂੰ ਉੱਥੇ ਬੰਦੀ ਬਣਾਇਆ ਗਿਆ। ਇਹ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ, ਤਵੱਜੋ ਦੇਣ ਵਾਲੀ ਗੱਲ ਆ ਕਿ 1300 ਦੇ ਵਿੱਚ ਜੇ ਜ਼ਿਆਦਾਤਰ ਬੱਚੀਆਂ ਨੇ, ਇਹਦਾ ਮਤਲਬ ਹੈ ਕਿ ਮਾਨਸਿਕ ਤੌਰ ਤੇ ਉਹ ਕਿੰਨਾ ਉੱਥੇ ਜੂਝ ਰਹੀਆਂ ਹੋਣਗੀਆਂ। ਬਿਲਕੁਲ 100%। ਇਹ ਬੜੀ ਵੇਖਣ ਵਾਲੀ ਗੱਲ ਹੈ ਨਾ ਜੀ। ਸਾਡੇ ਵਾਸਤੇ ਤਾਂ ਇੱਕ ਖਬਰ ਹੈ, ਪਰ ਜਿਹੜੀਆਂ ਲੜਕੀਆਂ ਨੇ ਜਾਂ ਲੜਕੇ ਨੇ ਉੱਥੇ, ਕੱਲ ਖਬਰ ਸੀਗੀ ਕਿ ਯੂਕਰੇਨ ਦੀਆਂ ਲੜਕੀਆਂ ਜਾਂ ਸਾਡੇ ਜਿਹੜੀਆਂ ਭਾਰਤੀ ਲੜਕੀਆਂ ਨੇ, ਉਹ ਕੁਝ ਲੋਕਾਂ ਨੂੰ ਇਹੋ ਜਿਹੇ ਜੋ ਸਰਕਾਰ ਨੇ ਜਿਹੜੇ ਹਥਿਆਰ ਵੰਡ ਦਿੱਤੇ, ਕੁਝ ਗਲਤ ਅਨਸਰਾਂ ਦੇ ਕੋਲ ਆ ਗਏ ਨੇ, ਉਹ ਧੱਕਾ ਕਰ ਰਹੇ ਨੇ। ਯੂਕਰੇਨ ਲੇਡੀਜ਼ ਆਪ ਹਥਿਆਰ ਫੜ ਕੇ ਇਹਨਾਂ ਬੱਚੀਆਂ ਦੀ
ਸੁਰੱਖਿਆ ਵਾਸਤੇ ਇਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ। ਇਹ ਵੀ ਖਬਰਾਂ ਆਈਆਂ ਨੇ ਇੱਕ ਪਾਸੇ, ਇਹ ਵੀ ਖਬਰ ਛਪੀ ਕੱਲ, ਅਸੀਂ ਇਹ ਵੀ ਪੜ੍ਹ ਕੇ ਸੁਣਾਈ, ਉਹ ਵੀ ਚੰਗੀ ਇੱਕ ਵੱਡੀ ਅਖਬਾਰ ਨੇ ਲਾਈ। ਹਾਂਜੀ, ਕੋਈ ਛੋਟੀ ਅਖਬਾਰ ਨਹੀਂ, ਵਰਲਡ ਵਾਈਡ ਮੰਨੀ ਪ੍ਰਮੰਨੀ ਅਖਬਾਰ ਹੈ। ਉਹ ਥੱਲੇ ਇੱਕ ਲਾਈਨ ਲਿਖਦੇ ਹੁੰਦੇ ਕਿ ਅਸੀਂ ਫਲਾਣਾ ਅਦਾਰਾ, ਸਾਡਾ ਅਦਾਰਾ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ, ਪਰ ਕਿਹਾ ਗਿਆ ਹੈ। ਮੇਰੇ ਨਾਲ ਕਾਲਰ ਨੇ, ਦੇਖਦੇ ਆ ਰੰਗਲਾ ਪੰਜਾਬ ਰੇਡੀਓ ਪਾਉਣ ਦੇ ਵਿੱਚ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ, ਆਪਣੇ ਚਾਲ ਮਿੰਟੂ ਭਾਜੀ, ਮੈਂ ਇੱਕ ਸਵਾਲ ਕਰਨਾ ਸੀ, ਮੈਂ ਇੱਕ ਦੋ ਦਿਨਾਂ ਚ ਕਰਨਾ ਚਾਹੁੰਦਾ ਸੀਗਾ। ਜਿਹੜਾ ਅੱਜ ਕੱਲ ਨਵਾਂ ਕੰਮ ਚੱਲਿਆ ਪੰਜਾਬ ਦੇ ਵਿੱਚ, ਹੁਣ ਰਿਜ਼ਲਟ ਆਉਣ ਦੇ ਨੇੜੇ ਵੀ ਸਾਰੀਆਂ ਪਾਰਟੀਆਂ ਆਪਣੇ ਬੰਦਿਆਂ ਨੂੰ ਚੱਕ ਚੱਕ ਕੇ ਲਈ ਜਾਂਦੀਆਂ, ਕੁੱਕੜਾਂ ਨੂੰ ਇੱਕ ਆਲੇ 'ਚ ਸਾਰੇ ਬੰਦ ਕਰੀ ਜਾਂਦੀਆਂ। ਇਹਨਾਂ ਬੰਦਿਆਂ ਦੀਆਂ ਜਿਹੜੀਆਂ ਨੇਤਾ ਨੂੰ ਲੈ ਕੇ ਜਾਂਦੀਆਂ ਨੇ, ਕੋਈ ਇੱਜ਼ਤ ਨਹੀਂ ਹੈ, ਕੋਈ ਆਪਣੇ ਆਪ ਤੇ ਕੋਈ ਸੈਲਫ ਰਿਸਪੈਕਟ ਨਹੀਂ ਇਹਨਾਂ ਦੀ ਰਹਿ ਗਈ ਕਿ ਇਹ ਨੇਤਾ ਆ ਜਾਂ ਇਹਨਾਂ ਦੀ ਬੋਲੀ ਲੱਗਣੀ ਆ ਵੀ ਇਹ ਬੋਲੀ 'ਚ ਬੰਦੇ ਵਿਕ ਨਾ ਜਾਣ। ਮਤਲਬ ਕੋਈ ਨਾ ਕੋਈ ਬੰਦੇ ਦੀ ਇੱਜ਼ਤ ਮਾਣ ਤੇ ਹੁੰਦਾ ਹੀ ਆ ਨਾ। ਕਈਆਂ ਨੂੰ ਟਿਕਟ ਦਿੱਤੀ ਆ, ਕਮ ਸੇ ਕਮ ਕੋ ਸੋਚ ਕੇ ਉਦੋਂ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਹੋਊਗੀ। ਕੋਈ ਵੀ ਪਾਰਟੀ ਮੈਂ ਕਿਸੇ ਦੀ ਦਾ ਪੱਖ ਨਹੀਂ ਲੈਂਦਾ, ਪਰ ਬੜੀ ਜਿੱਦਾਂ ਇੱਕ ਹੈ ਨਾ ਬੇਇੱਜ਼ਤੀ ਵਾਲਾ ਕੰਮ ਵੀ ਇਹਨੂੰ ਕਹਿ ਸਕਦੇ ਆ ਵੀ ਯਾਰ ਬੰਦੇ ਦੀ ਇੱਜ਼ਤ ਹੀ ਕੋਈ ਨਹੀਂ ਹੈ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਜੀ ਮਿੰਟੂ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਮੈਂ ਇਸ ਚੀਜ਼ ਨੂੰ ਨਾ ਕੁਛ ਇਸ ਤਰ੍ਹਾਂ ਕਹਿਣਾ ਨਾ ਕਿ ਮੀਡੀਆ ਨੇ ਬੜਾ ਗਲਤ ਤਰੀਕੇ ਨਾਲ ਅੰਗਰੇਜ਼ੀ 'ਚ ਸ਼ਬਦ ਇਸਤੇਮਾਲ ਕਰਦਾ ਹੁੰਦਾ। ਮੇਰੀ ਥੋੜੀ ਜਿਹੀ ਵਿਆਕਰਣ ਦੀ ਪ੍ਰੋਬਲਮ ਹੈ। ਉਹ ਕਹਿੰਦੇ ਹੁੰਦੇ ਨਾ ਕਿ ਇੰਟਰਪ੍ਰੇਟ ਇਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕਰਦੇ ਆ, ਤੇ ਸਾਡੇ ਮੀਡੀਆ ਨੇ ਵੀ ਇਹਨੂੰ ਬਹੁਤ ਗਲਤ ਤਰੀਕੇ ਨਾਲ ਕੀਤਾ ਹੋਇਆ ਕਿ ਹਾਰਸ ਟ੍ਰੇਡਿੰਗ। ਇਹ ਹਾਰਸ ਟ੍ਰੇਡਿੰਗ ਨਹੀਂ, ਮੈਂ ਕਹਿੰਦਾ ਨਾ ਕਿ ਘੋੜਿਆਂ ਦੀ ਅਸਲੀ ਘੋੜੇ ਜਿਹੜੇ ਹੁੰਦੇ ਆ ਨਾ, ਨਸਲੀ ਘੋੜੇ, ਬੋਲੀ ਲੱਗਦੀ ਉਹਨਾਂ ਦੀ। ਸਾਡੇ ਪੰਜਾਬ ਦੇ ਵਿੱਚ ਕੁਝ ਐਸੇ ਘੋੜੇ ਆ ਜਿਨ੍ਹਾਂ ਦੀ ਸਲਮਾਨ ਖਾਨ ਵਰਗੇ ਵੀ ਬੋਲੀ ਲਾਉਂਦੇ ਆ, ਜਿਹੜੇ ਭੱਜਾ ਯਾਰ ਅਸੀਂ ਵੀ ਦਿੰਦੇ ਲੱਖਾਂ 'ਚ। ਮੈਂ ਕਹਿੰਦਾ ਨਾ ਕਿ ਜਿਹੜਾ ਵਪਾਰ ਹੁੰਦਾ ਖੋਤਿਆਂ ਦਾ ਹੁੰਦਾ, ਥੋਕ ਦੇ ਵਿੱਚ। ਇੱਧਰ ਜੇ ਤੁਸੀਂ ਚੱਲ ਜਾਓਗੇ ਨਾ, ਮਤਲਬ ਕਿ ਅਫਗਾਨਿਸਤਾਨ ਜਾਂ ਇੱਧਰ ਨੂੰ ਤੁਸੀਂ ਤੁਰੇ ਜਾਓਗੇ ਮਿਡਲ ਈਸਟ ਨੂੰ, ਤਾਂ ਪੁਰਾਣੇ ਸਮੇਂ ਦੇ ਵਿੱਚ, ਹੁਣ ਤਾਂ ਪਤਾ ਨਹੀਂ, ਖੋਤਿਆਂ ਦਾ ਵਪਾਰ ਹੁੰਦਾ। ਇਹ ਖੋਤਾ ਟ੍ਰੇਡਿੰਗ ਆ, ਹਾਰਸ ਟ੍ਰੇਡਿੰਗ ਨਹੀਂ ਹੈ। ਇਹ ਖੋਤਾ ਟ੍ਰੇਡਿੰਗ ਆ। ਸ਼ਬਦ ਬੜਾ ਕਰੜਾ ਹੈ, ਇਹ ਪਚਾ ਲੈਣ ਇਹਨਾਂ ਦੇ ਸਮਰਥਕ। ਖੋਤਾ ਟ੍ਰੇਡਿੰਗ ਹੁੰਦੀ ਹੈ, ਹਾਰਸ ਟ੍ਰੇਡ ਉਹਨਾਂ ਦੀ ਤਾਂ ਬੋਲੀ ਲੱਗਦੀ ਹੈ ਜੀ। ਇੱਕ ਤਰ੍ਹਾਂ ਨਾਲ ਦਲਾਲ ਪੈਸੇ ਵਿੱਚ ਵਪਾਰ ਕਰਦੇ ਕਿ ਉੱਥੋਂ ਹਸਪਤਾਲ ਚੋਂ ਖੋਤੇ ਚੱਕੇ ਇੱਧਰ ਤੱਕ ਤੇ। ਸੋ ਇਹ ਹੈਗਾ, ਡਰ ਹੈਗਾ। ਕਿਉਂਕਿ ਤੁਸੀਂ ਦੇਖੋ ਨਾ, ਭਾਜਪਾ ਨੇ ਵੀ ਇੱਕ ਮੀਟਿੰਗ ਕੀਤੀ ਆ ਕਿ ਨਤੀਜਿਆਂ ਤੋਂ ਬਾਅਦ ਕੀ ਹੋਏਗਾ। ਪਰਸੋਂ ਮੀਟਿੰਗ ਕੀਤੀ ਆ, JP ਨੱਡਾ ਦਾ ਬਿਆਨ ਆਉਣਾ ਔਰ ਭੱਠਲ ਦਾ ਕੱਲ ਬਿਆਨ ਆਉਣਾ ਕਿ ਅਸੀਂ ਮਤਲਬ ਕਿ ਹੋ ਸਕਦਾ ਆਮ ਆਦਮੀ ਪਾਰਟੀ ਨਾਲ ਪੋਸਟ ਇਲੈਕਸ਼ਨ ਅਲਾਈਅੰਸ ਕਰ ਲਈਏ। ਸੋ ਇਹ ਚੀਜ਼ਾਂ ਪਹਿਲਾਂ ਇਹ ਦੁਨੀਆ ਤਮਾਮ ਮੈਂ ਤੁਹਾਨੂੰ ਕੋਟ ਕੀਤੀਆਂ ਨੇ ਗੱਲਾਂ ਵਾਲੀਆਂ, ਤਾਂ ਇਹ ਸੰਕੇਤ ਇਹ ਦਿੰਦੀਆਂ ਨੇ ਕਿ ਭਾਈ ਹੰਗ ਅਸੈਂਬਲੀ ਆਉਣ ਦੇ ਆਸਾਰ ਆ, ਤੇ ਉਹਦੇ ਵਿੱਚ ਕਾਂਗਰਸ ਬਚਾਉਣਾ ਚਾਹੁੰਦੀ ਹੈ ਆਪਣੇ ਬੰਦਿਆਂ ਨੂੰ। ਇਹ ਮੈਂ ਨਹੀਂ ਕਹਿੰਦਾ, ਇਹ ਖੁਦ PLC ਵਾਲੇ ਜਿਹੜੇ ਬਲੀਆਵਾਲ ਸਾਹਿਬ ਨੇ, ਪੰਜਾਬ ਲੋਕ ਕਾਂਗਰਸ ਵਾਲੇ, ਇਹਨਾਂ ਦੇ ਤਰਜਮਾਨ ਅਮਰਿੰਦਰ ਸਿੰਘ ਹੋਰਾਂ ਦੇ, ਉਹਨਾਂ ਨੇ ਵੀ ਦੋਸ਼ ਲਾਏ ਨੇ। ਦੋਸ਼ ਨਹੀਂ ਕਹਿ ਲਓ ਕਿ ਚੋਗ ਲਾਈ ਆ ਕਿ ਇਹਨਾਂ ਦੇ ਜਿਹੜੇ ਉਮੀਦਵਾਰ ਆ ਅੱਜ ਕੱਲ੍ਹ ਸੈਟ ਪੱਟਾ ਕਰਨ ਵਾਸਤੇ ਰਾਜਸਥਾਨ ਚੋਂ ਗਏ ਜੀ। ਦੋਸਤੋ, ਤੁਹਾਨੂੰ ਯਾਦ ਹੋਊਗਾ ਕਿ ਸਰਦਾਰ ਗੁਰਚਰਨ ਸਿੰਘ ਟੌਹੜਾ ਪੰਥ ਰਤਨ ਤੇ ਇੱਕ ਪਾਸੇ ਫਕਰੇ ਕੌਮ ਪੰਥ ਰਤਨ, ਟੌਹੜਾ ਸਾਹਿਬ ਦੇ ਵੇਲੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਤੁਸੀਂ ਆਪ ਦੇਖਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂਬਰ ਹੈ ਉਹ ਪੂਰਾ ਰਹਿਤ ਮਰਿਆਦਾ ਦੇ ਵਿੱਚ 5 ਕਕਾਰੀ ਤੇ ਖੰਡੇ ਬਾਟੇ ਦੀ ਪਹੁਲ ਛਕੀ ਹੋਣ ਵਾਲਾ ਹੋਣਾ ਚਾਹੀਦਾ ਤੇ ਬਾਣੀ ਦੇ ਲੜ ਲੱਗਿਆ ਹੋਣਾ ਚਾਹੀਦਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਚੱਲੋ। ਜਦੋਂ ਟੌਹੜਾ ਸਾਹਿਬ ਦਾ ਤੇ ਪੰਥ ਰਤਨ ਦੀ ਮੈਂਬਰਸ਼ਿਪ ਦਾ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਊਗਾ ਕਿ ਉਦੋਂ ਸਾਰੇ ਦੇ ਸਾਰੇ ਜਿੰਨੇ ਮੈਂਬਰ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕੁਝ ਖਾਸ ਟੌਹੜਾ ਸਾਹਿਬ ਦੇ ਜਿਹੜੇ ਸਮਰਥਕ ਸੀ, ਉਹਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਇੱਕ ਫਾਰਮ ਹਾਊਸ ਆ, ਤੁਹਾਨੂੰ ਯਾਦ ਹੋਣਾ, ਉੱਥੇ ਲੈ ਕੇ ਗਏ ਸੀ। ਹੈਲੀਕਾਪਟਰਾਂ ਦੇ ਵਿੱਚ ਲੱਭਦੇ ਹੀ ਨਹੀਂ ਸੀ, ਲੱਭਦੇ ਨਹੀਂ। ਚੰਗੀ ਚੋਖੀ ਕਹਿੰਦੇ ਸੇਵਾ ਹੋਈ, ਤੇ ਜਦੋਂ ਮਸਲਾ ਹੱਲ ਹੋ ਗਿਆ ਤੇ ਫਿਰ ਉਹਨਾਂ ਨੂੰ ਜਦੋਂ ਲਿਆਂਦਾ ਅੰਮ੍ਰਿਤਸਰ ਰਾਜਸਥਾਨੀ ਹਵਾਈ ਅੱਡੇ ਤੇ ਕੋਈ ਜਿਹੜਾ ਗੱਡੀਆਂ ਤੇ ਆਇਆ ਸੀ ਲੱਗੀਆਂ ਤੇ ਏਅਰਪੋਰਟ ਦੇ, ਤੇ ਮੁੜ ਕੇ ਪੈਦਲ ਤੁਰਿਆ ਜਾਂਦਾ ਸੀ ਸਾਫਾ ਰੱਖ ਕੇ ਮੋਢੇ ਤੇ, ਕੋਈ ਸਾਈਕਲ ਤੇ ਜਾਂਦਾ ਸੀ, ਕੋਈ ਟਾਂਗੇ ਤੇ ਜਾਂਦਾ ਸੀ। ਇਹ ਪਰੰਪਰਾ ਕਿੰਨੇ ਪਾਈ ਸ਼ੁਰੂ ਕੀਤੀ ਹੈ ਤੁਸੀਂ ਦੇਖ ਲਓ ਆਪ। ਉਦੋਂ ਪਹਿਲਾਂ ਇਦਾਂ ਹੁੰਦਾ ਸੀ, ਸ਼ਾਇਦ ਉਹ ਸਾਨੂੰ ਪਤਾ ਨਹੀਂ, ਪਰ ਆਹ ਜਿਹੜੀ ਘਟਨਾ ਪੰਥ ਰਤਨ ਜਿਹੜੇ ਖੰਡੇ ਬਾਟੇ ਦੀ ਪਹੁਲ ਛਕੇਵਾਲ, ਜਿਨ੍ਹਾਂ ਨੇ ਧਰਮ ਦੇ ਕੰਮਾਂ ਦੇ ਵਿੱਚ ਯੋਗਦਾਨ ਪਾਉਣੀ ਹੈ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਕਿ ਬਈ
ਸਿੱਖ ਜ਼ਬਾਨ ਦਾ ਬੜਾ ਪੱਕਾ ਹੁੰਦਾ ਤੇ ਉਹਨਾਂ ਦੇ ਵਿੱਚ ਵੀ ਇਹ ਕੁਝ ਹੋਇਆ ਸੀ, ਉਹ ਵੀ ਲੈ ਗਏ ਸੀਗੇ ਬਾਲਾ ਸਾਹਿਬ ਮੇਰੇ ਖਿਆਲ ਦੇ ਵਿੱਚ। ਹਾਂਜੀ, ਰੂਸ ਦੀ ਸੋਚ ਹੈ ਯੂਕਰੇਨ ਨੂੰ ਵੰਡਣ ਦੀ। ਖਬਰ ਬੜੀ ਮੈਂ ਪੜ੍ਹੀ ਹੈ, ਪਰ ਤੁਹਾਡਾ ਨਜ਼ਰੀਆ ਵੀ ਲੈਣਾ ਚਾਹੁੰਦਾ। ਤੁਸੀਂ ਆਪਣੀ ਸੋਚ ਦੇ ਮੁਤਾਬਕ ਕੀ ਕਹੋਗੇ? ਉਹ ਕੁਝ ਪਲੈਨਿੰਗ ਕਰ ਰਿਹਾ ਉਹ। ਹਾਂਜੀ, ਨਹੀਂ ਦੇਖੋ ਗੱਲ ਕੀ ਹੈ ਕਿ ਮੈਂ ਤੇ ਸ਼ੁਰੂ ਦੇ ਵਿੱਚ ਕਿਉਂਕਿ ਥਿਓਰਿਸਟ ਜਿਹੜੇ ਨਾ ਥਿਊਰੀਆਂ ਦਿੰਦੇ ਨੇ, ਹਰੇਕ ਘਟਨਾ ਦੇ ਕਾਰਨ ਲੱਭੇ ਜਾਂਦੇ ਨੇ ਕਿ ਕੀ ਕਾਰਨ ਹੋ ਸਕਦਾ ਹੈ, ਕੀ ਕਾਰਨ ਹੋ ਸਕਦਾ, ਤਾਂ ਉਹ ਵੱਖੋ ਵੱਖਰੀਆਂ ਥਿਊਰੀਆਂ ਦਿੱਤੀਆਂ ਜਾਂਦੀਆਂ। ਜੀ ਭਾਈ ਗੱਲ ਇਹ ਆ ਕਿ ਇੱਕ ਥਿਊਰੀ ਆ ਕਿ ਇਨਵੈਟ ਕਰਕੇ ਹੋ ਸਕਦਾ ਪੁਤਿਨ ਵਿੱਚ ਲਿੰਕ ਖਿੱਚ ਦੇਵੇ, ਔਰ ਇਸ ਤਰ੍ਹਾਂ ਕੀਤਾ ਹੋਇਆ ਰਸ਼ੀਆ ਨੇ ਵੀ। ਨਾਰਥ ਕੋਰੀਆ, ਸਾਊਥ ਕੋਰੀਆ, ਹਿਸਟਰੀ 'ਚ ਮੈਂ ਨਹੀਂ ਜਾਣਦਾ ਬਹੁਤਾ, ਕਿਤੇ ਫੇਰ ਬੋਲਾਂਗੇ। ਨਾਰਥ ਕੋਰੀਆ, ਸਾਊਥ ਕੋਰੀਆ ਵੀ ਇਸੇ ਤਰ੍ਹਾਂ ਬਣੇ ਸੀਗੇ, ਇਤਿਹਾਸ ਦੇ ਜਿਹੜੇ ਵਿਆਪਾ ਉਹਨਾਂ ਨੂੰ ਪਤਾ ਹੋਏਗਾ। ਫਿਰ ਈਸਟ ਜਰਮਨ, ਵੈਸਟ ਜਰਮਨ ਵੀ ਇਸੇ ਤਰ੍ਹਾਂ ਹੀ ਬਣੇ ਸਨ, ਮਤਲਬ ਕਿ ਉੱਧਰੋਂ ਆ ਕੇ ਤੇ ਇੱਧਰੋਂ ਆ ਕੇ ਵਿਚਾਲੇ ਕੰਧ ਹੋ ਗਈ। ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਥਿਊਰੀ ਇਹ ਦਿੱਤੀ ਗਈ ਕਿ ਸ਼ਾਇਦ ਉਹ ਇਤਿਹਾਸ ਦੁਹਰਾਇਆ ਜਾਏਗਾ, ਜਿਹਦੀ ਕਿ ਹੁਣ ਤੁਸੀਂ ਇਤਿਹਾਸ ਦੀ ਖਬਰ ਵੀ ਕੀਤੀ, ਆਪਾਂ ਤੇ ਕਰ ਰਹੇ ਹਾਂ। ਇੱਕ ਥਿਊਰੀ ਇਹ ਆ ਕਿ ਮਤਲਬ ਪੁਤਿਨ ਜੋ ਆਪਣਾ ਵਿਰੋਧ ਹੈ ਉਹਨੂੰ ਡਾਈਵਰਟ ਕਰਨ ਦਾ ਯਤਨ ਕਰ ਰਹੇ ਮੁਲਕ ਦੇ ਵਿੱਚ, ਇਸ ਤਰ੍ਹਾਂ ਇੱਕ ਥਿਊਰੀ ਹੈ। ਅੱਛਾ ਚਲੋ ਮੈਂ ਇਸ ਤੋਂ ਹਟ ਵੀ ਇੱਕ ਥਿਊਰੀ ਦਿੰਦਾ ਜਿਹੜੀ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਜਿਹੜੇ ਧਾਰਮਿਕ ਮਾਮਲਿਆਂ ਦੇ ਮਾਹਰ ਨੇ, ਐਕਸਪਰਟ ਨੇ, ਪੱਛਮੀ ਨੇ, ਇੱਧਰ ਦੀ ਗੱਲ ਨਹੀਂ ਕਰਦਾ, ਉਹ ਇੱਕ ਥਿਊਰੀ ਦੇ ਰਿਹਾ। ਉਹ ਥਿਊਰਿਸਟ ਉਹ ਕਹਿ ਰਿਹਾ ਕਿ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਆਰਥੋਡਾਕਸ ਚਰਚ ਜਿਹਦੇ ਫਾਊਂਡਰ ਵੀ ਵਲਾਦੀਮੀਰ ਸਨ, ਅੱਜ ਵੀ ਵਲਾਦੀਮੀਰ ਪੁਤਿਨ ਹੈ, ਉਹ ਰਾਜਾ ਸੀ ਵਲਾਦੀਮੀਰ, ਔਰ ਇਹ ਜਿਹੜੀ ਕੈਦ ਹੈ ਇਹ ਮਦਰ ਸਿਟੀ ਗਿਣੀ ਜਾਂਦੀ ਆ ਆਰਥੋਡਾਕਸ ਚਰਚ ਦੀ, ਕਿ ਰੀਐਸਟੈਬਲਿਸ਼ਮੈਂਟ ਕੀਤੀ, ਕਿਉਂਕਿ ਯੂਕਰੇਨ ਨੇ ਅੱਡ ਕਰ ਲਈ ਸੀ, ਮਤਲਬ ਕਿ ਉਹ ਆਰਥੋਡਾਕਸ ਚਰਚ ਅੱਡ ਹੋ ਗਈ, ਬਰਾਬਰ ਜਿਵੇਂ ਆਪਣੇ ਇੱਧਰ ਹੋਇਆ ਨਾ ਕਈ ਸੰਪਰਦਾਵਾਂ ਮੰਡੀਆਂ ਦੀਆਂ ਜੀ ਇਸ ਤਰ੍ਹਾਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਨਵੀਂ ਥਿਊਰੀ ਜਿਹੜੀ ਹੈ ਮੈਂ ਪੜ੍ਹੀ ਹੈ ਬੜੀ, ਮਤਲਬ ਕਿ ਉਹਦੇ ਵਿੱਚ ਤਰਕ ਦਿੱਤੇ ਗਏ ਨੇ ਵੱਖ-ਵੱਖ ਲੋਕਾਂ ਵੱਲੋਂ, ਔਰ ਤੁਸੀਂ ਦੇਖਿਆ ਹੋਣਾ ਕਿ ਵਾਈਟ ਸੁਪਰਮੇਸੀ ਦੇ ਜਿਹੜੇ ਸਪੋਰਟਰ ਆ, ਔਰ ਉਹਨਾਂ 'ਚ ਜਿਵੇਂ ਵਾਈਟ ਰਾਸ਼ਟਰਵਾਦ ਦੇ ਇੱਕ ਬਹੁਤ ਵੱਡੇ ਮੁਜੱਸਮੇ ਨੇ ਜਨਾਬ ਟਰੰਪ, ਉਹਨਾਂ ਨੇ ਸ਼ੁਰੂ 'ਚ ਇਸ ਹਮਲੇ ਤੋਂ ਬਾਅਦ ਜੀਨੀਅਸ ਵੀ ਕਿਹਾ ਪੁਤਿਨ, ਔਰ ਸੈਂਟ ਮੇਰੀ ਜੋ ਚਰਚ ਆ ਲੰਡਨ ਦੇ ਵਿੱਚ, ਉਹਦੇ ਜਿਹੜੇ ਪ੍ਰਾਈਸਟ ਸੀਗੇ ਮਿਸਟਰ ਫਰੈਗਰ, ਉਹਨਾਂ ਨੇ ਵੀ ਮੇਰੇ ਖਿਆਲ ਦੇ ਨਾਲ ਕੁਝ ਸਾਲ ਪਹਿਲਾਂ ਇੱਕ ਐਸੀ ਸਪੀਚ ਕੋਟ ਕੀਤੀ ਸੀ ਵਲਾਦੀਮੀਰ ਪੁਤਿਨ ਦੀ, ਜਿਹੜੀ ਕਿ ਸਿੱਧੇ ਤੌਰ ਤੇ ਇਹਨਾਂ ਦੇ ਈਸਾਈਅਤ ਦੀ ਵੈਲਿਊਜ਼ ਦੀ ਗੱਲ ਕਰਦੀ ਸੀ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਸਾਈਡ ਬਾਈ ਸਾਈਡ ਤੇ ਜਿਹੜੇ ਚਰਚਾ ਨੇ। ਹਾਂ, ਵੰਡ ਵਾਲੀ ਵੀ ਗੱਲ ਹੋ ਸਕਦੀ ਹੈ ਕਿ ਇੱਕ ਲੀਕ ਖਿੱਚ ਦਿੱਤੀ ਜਾਵੇ, ਪਿੱਛੋਂ ਸਰਕਾਰ ਬਿਠਾ ਦਿੱਤੀ ਜਾਵੇ, ਔਰ ਇੱਕ ਬਫਰ ਜ਼ੋਨ ਹੋਰ ਕ੍ਰੀਏਟ ਕਰਕੇ ਆਪਣੇ ਆਪ ਨੂੰ ਸਿਕਿਉਰ ਕਰ ਲਿਆ ਜਾਵੇ। ਪਰ ਇਹ ਥਿਊਰੀਆਂ ਨੇ, ਇਹ ਅਲੱਗ-ਅਲੱਗ ਦਾਅਵੇ ਨੇ, ਇਹ ਆਪਾਂ ਆਪਣੇ ਪੱਧਰ ਤੇ ਇੱਕ ਲੀਕ ਨਹੀਂ ਦੇ ਸਕਦੇ ਕਿ ਅੰਤਮ ਸੱਚ ਇਹ ਆ। ਇਹ ਤੇ ਪੁਤਿਨ ਹੀ ਜਾਣਦਾ ਉਹਦੇ ਮਨ 'ਚ ਕੀ ਆ, ਕਿਉਂਕਿ ਮੈਂ ਤੇ ਫਿਰ ਥੋੜਾ ਹੋਰ ਡੂੰਘਾ ਗਿਆ, ਉਹਦੀਆਂ ਕ੍ਰਾਸ ਵਾਲੀਆਂ ਕੁਝ ਫੋਟੋਆਂ ਨੇ, ਕ੍ਰਾਸ ਵਾਲੀਆਂ ਫੋਟੋਆਂ ਮਿਲਣਗੀਆਂ ਪੁਤਿਨ ਦੀਆਂ ਤੁਹਾਨੂੰ। ਫਿਰ ਮੈਂ ਦੇਖਿਆ ਤਾਂ ਉਹਦਾ ਬਾਪ ਨਾਸਤਕ ਸੀਗਾ, ਬਟ ਉਹਦੀ ਮਾਂ ਕਹਿੰਦੇ ਆ ਕਿ ਈਸਾਈ ਮਤ ਨੂੰ ਫੋਲੋ ਕਰਦੀ ਸੀ, ਚੋਰੀ ਇੱਧਰ ਇਹਨੂੰ ਵੀ ਸਿੱਖਿਆਵਾਂ ਦਿੰਦੀ ਸੀ ਪੁਤਿਨ ਨੂੰ। ਸੋ ਇਹੀ ਕਾਰਨ ਹੈ ਕਿ 1991 ਦੇ ਵਿੱਚ, ਅੱਛਾ ਇੱਕ ਹੋਰ ਇੰਟਰਸਟਿੰਗ ਚੀਜ਼ ਕਿ ਉਹ ਜਿਹੜੀ ਇੱਕ ਕੀ ਐਲੀਮੈਂਟ ਨਜ਼ਰ ਆਉਂਦੀ ਹੈ ਰਸ਼ੀਅਨ ਅੰਪਾਇਰ ਦੇ ਵਿੱਚ, ਆਰਥੋਡਾਕਸ ਚਰਚ 1000 ਈਸਵੀ ਤੋਂ ਲੈ ਕੇ 1917 ਤੱਕ, ਉਹਨੂੰ ਬਦਲਦਾ ਵੀ ਕੌਣ ਹੈ? ਲੈਨਨ। ਤੇ ਲੈਨਨ ਦਾ ਨਾਮ ਵੀ ਵਲਾਦੀਮੀਰ ਸੀ, ਉਹਦਾ ਪਹਿਲਾ ਨਾਮ ਵਲਾਦੀਮੀਰ ਹੈ, ਤੇ ਅੱਜ ਫਿਰ ਤੀਸਰਾ ਵਲਾਦੀਮੀਰ ਫਰੇਮ 'ਚ ਆਉਂਦਾ ਹੈ 1991 ਤੋਂ ਬਾਅਦ ਪੁਤਿਨ। ਔਰ ਇਸੇ ਕਰਕੇ ਕੁਝ ਕਹਿੰਦੇ ਆ ਕਿ ਕਾਮਰੇਡਾਂ ਨੇ ਉਹਦੇ ਅਪਰਾਧ ਵੀ ਕੀਤਾ ਸੀ ਕਿ ਲੈਨਨ ਦੇ ਨਾਮ ਤੇ ਇੱਕ ਸ਼ਹਿਰ ਸੀ ਲੈਨਨ ਇਰਾਕ, ਉਹਦਾ ਨਾਮ ਚੇਂਜ ਕਰਕੇ ਸੈਂਟ ਪੀਟਰਸਬਰਗ ਕੀਤਾ ਗਿਆ। ਇਹ ਵੀ ਇੱਕ ਥਿਊਰੀ ਜਿਹੜੀ ਹੈ ਦੁਆ ਜੀ। 9058131320 905-813-1320 ਕਹਿੰਦੇ ਕਿ ਪੰਜਾਬ ਦੀ GST ਕਲੈਕਸ਼ਨ ਵੱਧ ਗਈ ਹੈ। ਮੁਬਾਰਕਾਂ। ਹਾਂਜੀ, GST ਕਲੈਕਸ਼ਨ ਵਧਣ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਇਦਾ ਹੁੰਦਾ ਹੈ, ਫਾਇਦਾ ਵੀ ਹੁੰਦਾ ਹੈ, ਔਰ ਉਹਦੇ ਵਿੱਚ ਕੀ ਹੈ ਕਿ ਸਾਨੂੰ ਜਿਹੜਾ ਟੈਕਸਾਂ ਦੇ ਵਿੱਚੋਂ ਹਿੱਸਾ ਆਣਾ ਉਹ ਵੀ ਵਧੇਗਾ ਸਾਡਾ ਸਾਰੇ ਪਾਸੇ। ਮਤਲਬ ਕਿ ਇਹਦਾ ਮਤਲਬ ਇਹ ਹੁੰਦਾ ਕਿ ਡਿਮਾਂਡ ਵੱਧ ਰਹੀ ਹੈ, ਤੁਹਾਡੀ ਡਿਮਾਂਡ ਵੱਧ ਰਹੀ ਹੈ, ਤੇ ਇਸ ਤੋਂ ਬਾਅਦ ਫਿਰ
ਸਪਲਾਈ ਵਧੇਗੀ ਤਾਂ ਸਪਲਾਈ ਦੇ ਨਾਲ ਕੀ ਹੋਏਗਾ ਕਿ ਤੁਹਾਡੀ ਪ੍ਰੋਡਕਟਿਵਿਟੀ ਵੀ ਵਧੇਗੀ ਨਾ। ਜੀ। ਸਾਰੀਆਂ ਚੀਜ਼ਾਂ ਜਿਹੜੀਆਂ ਉਸ ਚੀਜ਼ ਨਾਲ ਇਹ ਇਕਨੋਮੀ ਦਾ ਫੰਡਾ ਇਸੇ ਤਰ੍ਹਾਂ ਚੱਲਦਾ ਹੈ। ਤਾਂ ਖੈਰ ਦੇਖੋ GST ਦਾ ਜਿਹੜਾ ਮਸਲਾ ਹੈ ਕਿ ਆਪਾਂ ਉਹ ਗ੍ਰਾਫ ਦੇਖ ਲੈਂਦੇ ਅੱਜ ਦੇ ਅਖਬਾਰਾਂ ਦੇ ਵਿੱਚ ਛਪਿਆ ਵਾ ਕਿ GST ਕੀ ਕਹਿੰਦੀ ਹੈ। ਤਾਂ ਹਰਿਆਣਾ ਨੇ 6% ਤੇ ਰਾਜਸਥਾਨ ਨੇ 8% ਵੀ ਕਹਿੰਦੇ, ਕਿਉਂਕਿ ਸਾਡੇ ਗੁਆਂਢੀ ਨੇ ਇਹਨਾਂ ਨੇ ਆਪਣਾ ਜਿਹੜਾ ਉਹ ਇਜ਼ਾਫਾ ਕੀਤਾ ਵਾ। ਕਲੈਕਸ਼ਨ ਦੇ ਮਾਮਲੇ 'ਚ ਪੰਜਾਬ ਜਿਹੜਾ ਉਹ ਚਲੇ ਗਿਆ 14% ਤੇ। ਤਾਂ ਇਹ ਸੋਰਸ ਕੀ ਹੈ? ਸੋਰਸ ਹੈ ਫਾਈਨੈਂਸ ਮਿਨਿਸਟਰੀ। ਤਾਂ ਫਰਵਰੀ 21 ਦੇ ਵਿੱਚ 1480 ਕਰੋੜ ਸੀ ਤੇ ਫਰਵਰੀ 22 ਦੇ ਵਿੱਚ ਜਿਹੜਾ ਹੈਗਾ ਕਰੋੜਾਂ ਦੇ ਵਿੱਚ ਉਹ ਉਹਨਾਂ ਨੇ ਰਕਮ ਦਿੱਤੀ ਹੋਈ ਹੈ ਬਕਾਇਦਾ। ਖੈਰ ਮਤਲਬ ਕਿ ਇਸ ਤਰ੍ਹਾਂ ਸਾਰਿਆਂ ਦੀ ਰਕਮ ਦਿੱਤੀ ਹੋਈ ਹੈ, ਕਿਸੇ ਦੀ ਰਾਜਸਥਾਨ ਦੀ ਜਾਂ ਹਰਿਆਣੇ ਦੀ ਉਹ ਵਗੈਰਾ ਵਗੈਰਾ, ਪਰ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਚੱਲਾਂਗੇ ਕਿ ਕਿੰਨੀ ਕੀ ਗੱਲਬਾਤ ਹੋਈ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਹਿਮਾਚਲ ਦੀ ਜਿਹੜੀ ਗਰੋਥ ਰੇਟ ਹੈ ਉਹ ਇਸ ਕਰਕੇ ਕਾਊਂਟ ਨਹੀਂ ਕੀਤੀ ਗਈ ਕਿਉਂਕਿ ਉਹ -1 ਦੇ ਵਿੱਚ ਚਲੇ ਗਈ। ਇਹ ਬੜੀ ਵੱਡੀ ਗੱਲ ਹੈ। ਹਾਲਾਂਕਿ ਤੁਹਾਨੂੰ ਪਤਾ ਪਹਾੜੀ ਰਾਜਾਂ ਨੂੰ ਰਾਇਤਾਂ ਮਿਲੀਆਂ ਹੋਈਆਂ ਦੇ ਕੁਛੋਂ ਉਦਯੋਗਿਕ ਪੱਖ ਤੇ ਜੇ ਦੇਖੀਏ, ਪਰ ਇੱਥੇ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਜੇ ਆਪਾਂ GST ਕਲੈਕਸ਼ਨ ਨੂੰ ਦੇਖਦੇ ਹਾਂ, ਚਲੋ ਇਹ ਤੇ ਉਹਨਾਂ ਨੇ ਕੰਪੇਅਰ ਕੀਤਾ ਹੋਏਗਾ 21-22 ਦੇ ਨਾਲ ਕਿ ਕਲੈਕਸ਼ਨ ਕਿੰਨੀ ਵਧੀ ਹੈ ਪਿਛਲੇ ਸਾਲ, ਕਿਉਂਕਿ ਤਿਮਾਹੀ ਦਾ ਹਿਸਾਬ ਕਿਤਾਬ ਹੋ ਗਿਆ ਜਾਂ ਮਹੀਨੇ ਦਾ ਹਿਸਾਬ ਕਿਤਾਬ ਹੋ ਗਿਆ, ਤਾਂ ਕੰਪੇਅਰ ਕੀਤਾ ਜਾਂਦਾ ਪਿਛਲੇ ਸਾਲ ਦੇ ਨਾਲ। ਮੰਨ ਲਓ ਪਰ GDP ਦਾ ਜਿਹੜਾ ਹੁੰਦਾ ਫੰਡਾ ਬੜਾ ਸੌਖਾ ਹੁੰਦਾ ਹੈ ਜੇ ਆਪਾਂ ਜਿੰਨਾ ਹੋਵੇ GST ਦਾ GDP ਕਿ ਪਿਛਲੇ ਸਾਲ ਜਿੰਨਾ ਸੀ ਉਹਦੇ ਨਾਲ ਜਿੰਨਾ ਤੁਸੀਂ ਵੱਧ ਅਗਲੇ ਸਾਲ ਕੀਤਾ ਤਾਂ % ਪਿਛਲੇ ਵਾਰੀ ਤੁਹਾਡਾ ਜਿਹੜਾ ਸੀਗਾ ਮਾਲ ਪੈਦਾ ਹੋਇਆ ਕੁਆਂਟਲ 100 ਕਿਲੋ ਤੇ ਅਗਲੇ ਸਾਲ ਹੋ ਗਿਆ 104 ਕਿਲੋ, ਤਾਂ ਕਿੰਨਾ ਇਜ਼ਾਫਾ ਹੋ ਗਿਆ? 4% ਦਾ। ਇਹਨੂੰ ਕਹਿੰਦੇ ਗਰੋਥ ਰੇਟ। ਸਮਝ ਗਏ ਨਾ? ਬੜੇ ਸਰਲ ਢੰਗ ਨਾਲ ਮੈਂ ਸਮਝਾ ਦਿੰਦਾ। ਇਕਨੋਮੀ ਦਾ ਫੰਡਾ ਥੋੜਾ ਔਖਾ ਹੁੰਦਾ ਕਈ ਵਾਰ, ਪਰ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਹੈ। ਮੈਂ ਉਹ ਡਾਟਾ ਇਕੱਠਾ ਕੀਤਾ ਸੀਗਾ ਇੱਕ ਦਿਨ, ਤਾਂ GST ਮੈਨੂੰ ਬੜਾ ਇੱਕ ਵਾਰੀ ਮਾਮਲਾ ਜਿਹੜਾ ਨਾ ਥੋੜਾ ਗੜਬੜ ਜਿਹਾ ਲੱਗਿਆ ਕਿ ਹੋਇਆ ਸੀ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਪਹਿਲਾਂ GST ਤੋਂ ਪਹਿਲਾਂ ਵੈਟ ਹੁੰਦਾ ਸੀਗਾ, ਪਰ ਵੈਟ ਦੀ ਜਿਹੜੀ ਸਾਡੀ ਕਲੈਕਸ਼ਨ ਸੀਗੀ ਨਾ ਟੋਟਲ ਸਾਲ 2016-17 ਦੀ ਜੇ ਦੇਖੋਗੇ ਤਾਂ 18,444 ਕਰੋੜ ਸੀ। 18,444 ਕਰੋੜ ਤੇ ਹਰਿਆਣੇ ਦੀ ਜਿਹੜੀ ਸੀ ਉਹ 11,082 ਕਰੋੜ ਦੀ। ਅਸੀਂ ਜਾਨੀ ਉਹਨਾਂ ਤੋਂ 7,000 ਕਰੋੜ ਵੱਧ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਲੈਕਟ ਕਰ ਰਹੇ ਸੀਗੇ, ਪਰ 20 ਆਉਂਦਾ ਹੈ ਕਿਉਂਕਿ 17 ਚ ਕੀ ਹੋਇਆ ਜਦੋਂ GST ਲੱਗ ਗਈ ਨਾ, GST ਤੋਂ ਬਾਅਦ ਕੀ ਹੋਇਆ ਕਿ ਸਾਡੀ ਜਿਹੜੀ GST ਕਲੈਕਸ਼ਨ ਸੀਗੀ ਉਹ ਰਹਿ ਗਈ 13,231 ਕਰੋੜ ਜੀ। ਅਸੀਂ ਮਤਲਬ ਕਿ ਥੱਲੇ ਨੂੰ ਆ ਗਏ, ਜਦ ਕਿ ਹਰਿਆਣੇ ਦੀ ਜਿਹੜੀ ਸੀਗੀ ਉਹ ਹੋ ਗਈ 53,443 ਕਰੋੜ। ਮਤਲਬ ਕਿ ਜੇ ਦੇਖੀਏ ਆંકੜੇ ਤਾਂ ਸਾਡੇ ਨਾਲੋਂ 4 ਟਾਈਮ 4 ਗੁਣਾ ਸਾਡੇ ਨਾਲੋਂ ਵੱਧ ਹੋ ਗਈ। ਤਾਂ ਇਹ ਹੁਣ ਕਿਉਂ ਹੋਇਆ? ਕਿਉਂਕਿ ਇੱਥੇ ਬੋਗਸ ਬਿਲਿੰਗ ਘਪਲੇਬਾਜ਼ੀ ਜਿਹੜੀ GST ਦੇ ਵਿੱਚ ਚਾਲੂ ਹੋ ਗਈ ਤੇ ਇਸ ਕਰਕੇ ਖੇਡ ਜਿਹੜੀ ਹੈ ਕੁਝ ਇਸ ਤਰ੍ਹਾਂ ਸਾਡੀ। ਜੀ ਹਾਂਜੀ, ਵੈਲਕਮ ਜਨਾਬ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਇੱਕ ਉਹ ਜਿਹੜਾ ਇਹਨਾਂ ਨੇ ਦੱਸਿਆ ਨਾ ਥਿਊਰੀ ਆਪਣੇ ਚਰਚ ਵਾਲੀ ਤੇ ਇਹਨਾਂ ਦੇ ਫਾਦਰ ਵੀ ਉਹ ਨਾਸਤਿਕ ਸੀਗੇ, ਮਦਰ ਸੀ ਬਿੱਲੀ, ਇਹ ਮਾੜੀ ਜੀ ਮੈਂ ਰੇਡੀਓ ਸੁਣ ਰਿਹਾ, ਪੂਰਾ ਕਲੀਅਰ ਨਹੀਂ ਹੋਈ ਉਹ ਕੀ ਗੱਲ ਸੀ ਇਹਦੇ ਵਿੱਚ। ਹਾਂਜੀ ਹੁਣ ਉਹਦੇ ਅਸੀਂ 5 ਮਿੰਟ ਹੋਰ ਲਾਈਏ ਤੇ ਫਿਰ ਜਾਇਜ਼ ਨਹੀਂ ਨਾ। 5 ਨਾ ਲਾਓ ਜਾਂ ਘੱਟ ਥੋੜਾ ਜਿਹਾ ਦੱਸ ਦਿਓ, ਮਤਲਬ ਜਾਨੀ ਸਾਫ਼ ਜੀ ਨਹੀਂ ਗੱਲ। ਨਹੀਂ ਕੋਈ ਨਹੀਂ ਸਰ, ਕੋਈ ਗੱਲ ਨਹੀਂ। ਪਰ ਜੇ ਤੁਸੀਂ ਸਾਡਾ ਪ੍ਰੋਗਰਾਮ ਮੇਰੇ ਖਿਆਲ ਦੇ ਨਾਲ YouTube ਤੇ ਵੀ ਪੈਂਦਾ ਹੈ, ਰਿਪੀਟ ਵੀ ਹੋ ਜਾਂਦਾ, ਕੋਈ ਨਹੀਂ ਸੁਣਾ ਦਿਓ ਮਿੰਟੂ ਜੀ, ਦੱਸ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਜੀ। ਰਿਪੀਟ ਕਰ ਦਿਓ 2-1 ਮਿੰਟ ਦੇ ਵਿੱਚ ਦੱਸ ਦਿਓ, ਕੋਈ ਨਹੀਂ। ਚਲੋ ਹਾਂਜੀ, ਮੈਂ ਰਿਪੀਟ ਕਿਉਂ ਕਰ ਰਿਹਾ ਸੀ ਸਰ ਕਿ ਚਾਵਲਾ ਸਾਹਿਬ ਨੇ ਸਵਾਲ ਚੁੱਕਿਆ ਸੀਗਾ ਕਿ ਕੀ ਯੂਕਰੇਨ ਨੂੰ ਤੋੜਨ ਦੀ ਜੋ ਸੋਚ ਹੈ ਉਹ ਹੋ ਸਕਦੀ ਹੈ ਪੁਤਿਨ ਦੀ। ਤਾਂ ਮੈਂ ਜਵਾਬ ਦੇ ਵਿੱਚ ਕਿਹਾ ਸੀਗਾ ਕਿ ਦੇਖੋ ਵੱਖ-ਵੱਖ ਥਿਊਰੀਆਂ ਨੇ ਕਿ ਹੋ ਸਕਦਾ ਹੈ, ਇਹ ਵੀ ਥਿਊਰੀ ਦਿੱਤੀ ਜਾ ਰਹੀ ਹੈ ਕਿ ਨੈਟੋ ਦੇ ਨਾਲ ਜਿਸ ਤਰ੍ਹਾਂ ਟੱਕਰ ਲਈ ਹੈ ਪੁਤਿਨ ਨੇ ਕਿ ਆਪਣੇ ਘਰ ਦੇ ਵਿੱਚ ਜੋ ਵਿਰੋਧ ਆ ਉਹਨੂੰ ਡਾਇਵਰਟ ਕਰਨ ਦਾ ਯਤਨ ਹੋਵੇਗਾ ਤੇ ਇਨਵੇਜ਼ਨ ਜਿਹੜੀ ਹੈ ਉਹ ਇਸ ਤਰ੍ਹਾਂ ਹੋਵੇ ਕਿ ਯੂਕਰੇਨ 2 ਪਾਰਟ ਚ ਵੰਡ ਦਿੱਤਾ ਜਾਵੇ, ਈਸਟਰਨ ਪਾਰਟ ਤੇ ਵੈਸਟਰਨ ਪਾਰਟ ਅਲੱਗ ਕਰਕੇ, ਤਾਂ ਉਹਦੇ ਵਿੱਚ ਇੱਕ ਜਿਹੜੀ ਈਸਟਰਨ ਸਾਈਡ ਹੈ ਬਫਰ ਜ਼ੋਨ ਜਿਹੜੇ ਆ ਬਣਾ ਲਈ ਜਾਵੇ, ਉੱਥੇ ਪਿੱਠੂ ਸਰਕਾਰ ਬਿਠਾ ਕੇ। ਤਾਂ ਇੱਕ ਥਿਊਰੀ ਹੋਰ ਵੀ ਨਿਕਲ ਰਹੀ ਹੈ ਕਿ ਆਰਥੋਡਾਕਸ ਚਰਚ ਜਿਹਦਾ ਕਿ ਕੀਵ ਸਿਟੀ ਜਿਹੜੀ ਮਦਰ ਸਿਟੀ ਉਹ ਕੀਵ ਨੂੰ ਮੰਨਿਆ ਜਾਂਦਾ ਹੈ, ਤਾਂ ਆਰਥੋਡਾਕਸ ਚਰਚ ਜਿਹੜੀ ਸੀਗੀ 1917 ਚ ਤੁਹਾਨੂੰ ਪਤਾ ਕਿ ਜਦੋਂ ਆਈ ਕ੍ਰਾਂਤੀ ਤਾਂ ਇਹਨਾਂ ਨੇ ਉਹਨੂੰ ਫ੍ਰੀ ਕਰ ਦਿੱਤਾ ਸੀਗਾ ਰਸ਼ੀਆ ਨੂੰ ਉਹਦੇ ਤੋਂ, ਜੋ ਕਿ ਕੀ ਐਲੀਮੈਂਟ ਰਹੀ ਹੈ। ਤੇ 1000 ਈਸਵੀ ਤੋਂ ਲੈ ਕੇ 980 ਦੇ ਵਿੱਚ ਵਲਾਦੀਮੀਰ ਰਾਜਾ ਬਣਦਾ
ਤੇ ਉਹਦਾ ਇੱਕ ਕ੍ਰਿਸਚੀਅਨ ਮਤਲਬ ਕਿ ਘਰਾਣੇ 'ਚ ਵਿਆਹ ਹੁੰਦਾ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਦੂਸਰੇ ਰਾਜ ਵਾਲਾ, ਉਹ ਕਹਿੰਦਾ ਕਿ ਮੇਰੇ ਬਗਾਵਤ ਬਹੁਤ ਹੁੰਦੀ ਹੈ ਫੌਜ ਦੇ ਵਿੱਚ, ਜੇ ਤੂੰ ਇਹਨੂੰ ਸਪਰੈਸ ਕਰਦੇ ਨੇ ਤੇ ਮੈਂ ਆਪਣੀ ਧੀ ਦਾ ਡੋਲਾ ਦੇ ਦਿੰਦਾ। ਤਾਂ ਇਸ ਤਰ੍ਹਾਂ ਫਿਰ ਉਹ ਵਿਆਹ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਪ੍ਰਜਾ ਹੈ ਉਹਨੂੰ ਉਹ ਕਨਵਰਟ ਕਰ ਲੈਂਦਾ ਹੈ। ਵੈਸੇ ਤੇ ਉਹ ਮੇਰੇ ਖਿਆਲ ਦੇ ਨਾਲ ਪਗਾਨ ਕਲਚਰ ਦੇ ਵਿੱਚ ਜੰਮਿਆ ਸੀਗਾ ਵਲਾਦਮੀਰ, ਜਿੰਨੀ ਕੋ ਮੈਨੂੰ ਹਿਸਟਰੀ ਪਤਾ ਆ। ਤਾਂ ਚਲੋ ਮੈਂ ਉੱਧਰ ਨਹੀਂ ਜਾਂਦਾ, ਫਿਰ ਲੰਬਾ ਹੋ ਜਾਏਗਾ ਕੰਮ। ਤੇ ਇਸ ਤਰ੍ਹਾਂ ਮਤਲਬ ਕਿ ਉਹ 17 ਦੇ ਵਿੱਚ ਆ ਕੇ ਖਤਮ ਹੋ ਗਈ, 1917 ਦੇ ਵਿੱਚ। ਤਾਂ ਫਿਰ ਹੋਇਆ ਸੀ ਕਿ ਜਦੋਂ 1991 ਰਸ਼ੀਆ ਨੂੰ ਤੋੜਦਾ ਸਨ, ਤੇ ਉਸ ਤੋਂ ਬਾਅਦ ਯੂਕਰੇਨ ਕੁਝ ਕੁ ਸਾਲ ਪਹਿਲਾਂ ਉਹ ਜਿਹੜੀ ਆਰਥੋਡਾਕਸ ਚਰਚ ਹੈ ਉਹ ਆਪਣੀ ਮਤਲਬ ਕਿ ਜਿਹੜੀ ਉਹਨਾਂ ਦੀ ਮਦਰ ਸਿਟੀ ਹੈ, ਕਹਿੰਦੇ ਉਹ ਤਾਂ ਵੈਸੇ ਪੁਤਨ ਵਾਰ-ਵਾਰ ਇਹੀ ਗੱਲ ਕਹਿੰਦਾ ਨੇ ਕਿ ਸਾਡੀਆਂ ਰੂਟਸ ਇਕੱਠੀਆਂ ਨੇ, ਨਹੀਂ ਮਤਲਬ ਕਿ ਸਾਡੀ ਸਾਂਝ ਹੈ, ਉਹ ਇਸੇ ਚੀਜ਼ ਨੂੰ ਕਹਿ ਰਿਹਾ ਵਾਰ-ਵਾਰ। ਤਾਂ ਉਹ ਕੁਝ ਥਿਓਰਿਸਟ ਇਹ ਥਿਓਰੀ ਦਿੰਦੇ ਆ ਕਿ ਅਸਲ ਦੇ ਵਿੱਚ 1991 ਤੋਂ ਬਾਅਦ ਜਿਸ ਤਰ੍ਹਾਂ ਪੁਤਿਨ ਦਾ ਇਹ ਉਦੈ ਹੋਇਆ, ਪੁਤਿਨ ਜਿਸ ਤਰ੍ਹਾਂ ਚੜਿਆ, ਲੈਨਨ ਦਾ ਜਿਹੜਾ ਸ਼ਹਿਰ ਸੀ ਲੈਨਨਗਰਾਦ, ਉਹਨੂੰ ਇਹਨੇ ਮਤਲਬ ਕਿ ਬਦਲ ਦਿੱਤਾ, ਜਾਂ ਇਹਨਾਂ ਨੇ ਬਦਲ ਦਿੱਤਾ ਕਾਮਰੇਡਾਂ ਦੇ ਵਿਰੋਧ ਦੇ ਬਾਵਜੂਦ ਵੀ। ਫਿਰ ਜਿਹੜਾ ਵਾਈਟ ਸੁਪਰੀਮੇਸੀ ਵਾਲੇ ਉਹ ਸਪੋਰਟ ਕਰ ਰਹੇ ਪੁਤਿਨ ਨੂੰ। ਫਿਰ ਇਸ ਤੋਂ ਇਲਾਵਾ ਡੋਨਾਲਡ ਟਰੰਪ ਜਿਹੜੇ ਵਾਈਟ ਨੈਸ਼ਨਲਿਜ਼ਮ ਦੇ ਬਹੁਤ ਵੱਡੇ ਮੁਜੱਸਮੇ ਆ, ਉਹ ਮਤਲਬ ਕਿ ਜਿਸ ਤਰ੍ਹਾਂ ਜੀਨੀਅਸ ਕਹਿ ਰਹੇ ਆ। ਫਿਰ ਇੱਕ ਸਪੀਚ ਨੂੰ ਕੋਟ ਕੀਤਾ ਜਾਂਦਾ ਹੈ ਰਾਈਟ ਵੱਲੋਂ ਸੈਂਟਨਰੀ ਚਰਚ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਉਸ ਥਿਊਰੀ ਨੂੰ ਜਨਮ ਦਿੰਦੀਆਂ। ਕਿਉਂਕਿ ਇਹਦਾ ਫਾਦਰ ਨਾਸਤਿਕ ਸੀ, ਪਰ ਦੱਸਿਆ ਜਾਂਦਾ ਕਿ ਮਾਤਾ ਜਿਹੜੀ ਹੈ ਉਹ ਈਸਾਈ ਮਤ ਫॉलो ਕਰਦੀ ਸੀ। ठीक है जी, बहुत बहुत धन्यवाद। अच्छा, बंगाल में खेला हो, बड़ा खेला मशहूर है बंगाल दा। हाँ जी, कामे नाचो, हमें तुम के बालो अच्छी, हमें तुम यूपी में खेला हो गया जी। जी हाँ जी, देखो गल है कि खेला हो गया, बड़ा वधिया डायलॉग है जिस तरह बीबी जी ने बोलिया सीगा जी जी, ਉਹਨਾਂ ਦਾ ਬੰਗਾਲੀਆਂ ਦਾ ਤੁਹਾਨੂੰ ਪਤਾ ਅੰਦਾਜ਼ ਜਿਸ ਤਰ੍ਹਾਂ ਦਾ ਹੁੰਦਾ ਤਾਂ ਖੇਲਾ ਹੋ ਗਿਆ। ਤਾਂ ਫਿਰ ਖੇਲਾ ਤੋਂ ਯੂਪੀ ਜਾ ਕੇ ਕਹਿੰਦੇ ਕਿ ਹੁਣ ਉੱਥੇ ਖੇਲਾ ਹੋਇਆ ਸੀ, ਇੱਥੇ ਖਦੇੜਾ ਹੋ ਗਿਆ, ਖਦੇੜਾਂਗੇ। ਤਾਂ ਗੱਲ ਕੀ ਆ ਕਿ ਦੇਖੋ ਚਾਵਲਾ ਸਾਹਿਬ ਕਈ ਵਾਰ ਨਾ ਸੰਕੇਤ ਮਿਲ ਜਾਂਦੇ, ਜਿਵੇਂ ਆਪਾਂ ਪੰਜਾਬ ਦੇ ਪੋਲਿਟਿਕਸ ਬਾਰੇ ਕਾਲਰ ਜਿਹੜੇ ਆਏ ਸਨ ਭਾਈ ਸਾਹਿਬ, ਉਹਨਾਂ ਦੀ ਕਾਲ ਤੋਂ ਬਾਅਦ ਆਪਾਂ ਚਰਚਾ ਕੀਤੀ ਕਿ ਸੰਕੇਤ ਤੇ ਇਹੋ ਮਿਲ ਰਹੇ ਨੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਰੇ। ਪਰੰਤੂ ਜੇ ਆਪਾਂ ਦੇਖੀਏ ਤੇ ਸਾਈਨ ਇੱਧਰੋਂ ਵੀ ਆਉਣੇ ਸਟਾਰਟ ਹੋ ਗਏ ਆ ਯੂਪੀ ਦੇ ਵਿੱਚ ਵੀ। ਕਿਉਂਕਿ ਕੁਝ ਚੀਜ਼ਾਂ ਗਈਆਂ ਨੇ, ਜਿੱਦਾਂ ਕਹਿੰਦੇ ਆ ਕਿ ਅਖਿਲੇਸ਼ ਮੁਲਾਇਮ ਦੇ ਜਿਹੜੇ ਪੁਰਾਣੇ ਬੰਗਲੇ ਸੀਗੇ ਨਾ ਜਿੱਥੇ ਉਹ ਰਹਿੰਦੇ ਸਨ ਸਰਕਾਰ ਵੇਲੇ, ਉਹਨਾਂ ਦੀ ਸਾਫ਼ ਸਫਾਈ ਵੀ ਹੋ ਗਈ। ਵਾਂਗ ਇਲੈਕਸ਼ਨ ਵਿਆਹ ਤੇਰੀ ਦੀ ਤਿਆਰੀ ਦੌਰਾਨ ਦੇ ਤਾਂ ਇੱਥੇ ਤਿਆਰੀ ਹੀ ਲੱਗਦੀ ਆ, ਰੰਗ ਰੰਗਾਈਆਂ ਹੋਣ ਗਈਆਂ ਨੇ, ਸਫਾਈਆਂ ਹੋਣ ਲੱਗੀਆਂ। ਅੱਛਾ, ਇਸ ਤੋਂ ਪਹਿਲਾਂ ਕੀ ਹੋਇਆ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਭਗਵੇਂ ਰੰਗ ਦੇ ਵਿੱਚ ਬੋਰਡ ਲਾਏ ਹੋਏ ਸਨ ਰੈਸ਼ਾਂ ਦੇ ਦਫ਼ਤਰਾਂ ਦੇ, ਉਹਨਾਂ ਨੇ ਹਰਿਆ ਕਲਰ ਕਰਨਾ ਸ਼ੁਰੂ ਕਰ ਦਿੱਤਾ। ਸਾਈਨ ਇਸ ਤਰ੍ਹਾਂ ਮਤਲਬ ਕਿ ਸੰਕੇਤ ਮਿਲਣੇ ਸਟਾਰਟ ਹੋ ਗਏ। ਤਾਂ ਇਹ ਜਿਹੜੀ ਅਫਸਰਸ਼ਾਹੀ ਕਾਰਵਾਈ ਵਧੀ ਬੈਠੀ ਆ, ਉਹਦੇ ਤੋਂ ਕਿਤੇ ਨਾ ਕਿਤੇ ਲੋਕ ਅੰਦਾਜ਼ਾ ਲਾਉਂਦੇ ਨੇ ਕਿ ਕੀ ਖੇਲਾ ਹੋ ਚੁੱਕਾ। ਕਿਉਂਕਿ ਉਹਦੇ 2-3 ਕਾਰਨ ਨੇ ਕਿ ਵੋਟ ਪਰਸੈਂਟੇਜ ਮੈਂ ਤੁਹਾਨੂੰ ਦੱਸਦਾ, ਮੈਂ ਆਪਣੇ ਯੂਪੀ ਦੇ ਬਹੁਤ ਮੇਰੇ ਅਜ਼ੀਜ਼ ਮਿੱਤਰ ਨੇ, ਉਹਨਾਂ ਨਾਲ ਗੱਲ ਕਰ ਰਿਹਾ ਸੀ, ਪੱਤਰ ਪ੍ਰੇਰਕਾਂ ਚ ਉਹਨਾਂ ਦਾ ਨਾਮ ਹੈ, ਬਹੁਤ ਅੱਛਾ ਤਾਂ ਸਰਕਾਰ ਦੇ ਬੰਦੇ ਨੇ। ਤਾਂ ਉਹ ਸਨ ਕਿ ਵੋਟ ਪਰਸੈਂਟੇਜ ਘਟਣਾ ਜਿਹੜਾ ਹੈ ਨਾ ਉਹ ਇਹਨਾਂ ਨੂੰ ਬੇਚੈਨ ਕਿਹਾ ਕਿ RSS ਦਾ ਕਾਡਰ ਖੁਦ ਇੱਧਰ ਲਖਨਊ ਵਾਲੀ ਸਾਈਡ ਤੇ ਗਲੀਆਂ ਚ ਉਤਰਿਆ, ਮਿੱਠੇ ਚੌਲ ਵੀ ਵੰਡੇ ਗਏ, ਇਸ ਤੋਂ ਇਲਾਵਾ ਜਾਦੂਗਰੀਆਂ ਦੇ ਟ੍ਰਿਕ ਵੀ ਕੀਤੇ ਗਏ, ਔਰ ਮੈਸੇਜ ਲਾਇਆ ਗਿਆ ਕਿ ਵੋਟ ਪਰਸੈਂਟੇਜ ਵਧਾਓ। ਕਾਰਨ ਕਿ ਇੱਥੇ ਆਪਣੀ ਪਕੜ ਜੇ ਇੱਥੇ ਵੋਟ ਪਰਸੈਂਟੇਜ ਘੱਟ ਗਈ ਹੈ, ਹਾਲਾਂਕਿ ਵੋਟ ਵਿਰੋਧੀ ਨੂੰ ਨਹੀਂ ਪੈ ਰਹੀ, ਪਰ ਇਹ ਸਮਝਿਆ ਜਾ ਰਿਹਾ ਕਿ ਭਾਜਪਾ ਦਾ ਹੀ ਵੋਟਰ ਕਹਿੰਦਾ ਕਿ ਨਹੀਂ ਕਾਪੇ ਜਾਊਂਗਾ, ਹੋ ਸਕਦਾ ਕੁੱਟਣ, ਹੋ ਸਕਦਾ ਕੁੱਟਣ ਤੇ ਇਹਦੇ ਨਾਲ ਸਿੱਧਾ ਕਰੇਗਾ। ਉਹ ਵੋਟ ਪਰਸੈਂਟੇਜ ਵੀ ਨਹੀਂ ਵਧੀ, ਜਿਹੜੇ ਗੇਟ ਵੀ ਨਹੀਂ ਵਧੀ, ਮਤਲਬ ਕਿ ਜਿੱਥੇ ਇਹਨਾਂ ਦਾ ਗੜ ਸੀ ਉੱਥੇ ਵੀ ਨਹੀਂ ਵਧ ਰਹੀ। ਔਰ ਫਿਰ ਇਸ ਤੋਂ ਇਲਾਵਾ ਬ੍ਰਾਹਮਣਾਂ ਨੂੰ, ਸਵਰਨਾਂ ਨੂੰ, ਮੁਸਲਮਾਨਾਂ ਨੂੰ ਸਮਾਜਵਾਦੀ ਪਾਰਟੀ ਜਿਹੜੀ ਹੈ ਉਹ ਨੇੜੇ ਕਰ ਰਹੀ ਹੈ। ਸੋ ਇਹ ਕੁਝ ਸਮੀਕਰਨ ਨੇ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਭਾਜਪਾ ਜਿਹੜੀ ਇਸ ਲੜਾਈ ਚ ਬਿਲਕੁਲ ਬਾਹਰ ਹੋ ਜਾਏਗੀ, ਵਾਸ਼ ਆਊਟ ਹੋ ਜਾਏਗੀ, ਪਰ ਸੰਕੇਤ ਕੁਛ ਵੱਖਰੀ ਕਿਸਮ ਦੇ ਮਿਲ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਔਰ ਫਿਰ ਮਿਲਦੇ ਹਾਂ ਸੋਮਵਾਰ ਨੂੰ, ਰੱਬ ਰਾਖਾ ਜੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।